ਪ੍ਰਾਈਮੇਸ਼ੀਆ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਦਵਿੰਦਰ ਸਿੰਘ ਬੈਨੀਪਾਲ ਵੱਲੋਂ ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਇੱਕ ਹੋਰ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ। ਸੱਭਿਅਕ ਮਨੁੱਖ। ਬੀਤੇ ਕੁਝ ਕੁ ਦਿਨਾਂ ਦੀਆਂ ਘਟਨਾਵਾਂ ਦੇ ਉੱਤੇ ਆਧਾਰਿਤ ਇਹ ਕਹਾਣੀ ਹੈ। ਕਹਾਣੀ ਸੁਣ ਕੇ ਤੁਹਾਨੂੰ ਕਿਵੇਂ ਲੱਗਿਆ? ਆਪਣੇ ਕੀਮਤੀ ਸੁਝਾਅ, ਰਾਏ, ਟਿੱਪਣੀਆਂ ਸਾਡੇ ਤੱਕ ਜ਼ਰੂਰ ਪੁੱਜਦੀਆਂ ਕਰਿਓ। ਤੇ ਆਓ ਫਿਰ ਸ਼ੁਰੂ ਕਰਦੇ ਹਾਂ ਸੱਭਿਅਕ ਮਨੁੱਖ ਦੀ ਕਹਾਣੀ। ਮਾਂ, ਬਾਹਰ ਕਿਵੇਂ ਦਾ ਮੌਸਮ ਹੈ? ਬਾਹਰ ਬੱਚੇ ਬਸੰਤ ਰੁੱਤ ਚੱਲ ਰਹੀ ਹੈ। ਚਾਰੇ ਪਾਸੇ ਫੁੱਲ ਖਿੜੇ ਹੋਏ ਨੇ। ਤਿਤਲੀਆਂ ਫੁੱਲਾਂ ਉੱਤੇ ਮੰਡਰਾ ਰਹੀਆਂ ਨੇ। ਹਿਰਨ ਘਾਹ ਚਰ ਰਹੇ ਨੇ। ਕਿਤੇ ਮੋਰਨੀਆਂ ਦੇ ਘੇਰੇ ਦੇ ਵਿਚਕਾਰ ਮੋਰ ਪਹਿਲਾਂ ਪਾ ਰਿਹਾ ਹੈ। ਬਾਂਦਰ ਦਰਖਤਾਂ ਦੇ ਉੱਪਰ ਟਪੂਸੀਆਂ ਮਾਰ ਰਹੇ ਨੇ। ਹੱਥਣੀ ਨੇ ਘਰ ਵਿੱਚ ਪਲ ਰਹੇ ਆਪਣੇ ਬੱਚੇ ਨੂੰ ਬਾਹਰਲਾ ਸਾਰਾ ਦ੍ਰਿਸ਼ ਇੱਕੋ ਹੀ ਵਾਰੀ ਬਿਆਨ ਕਰ ਦਿੱਤਾ। ਮਾਂ, ਮੈਂ ਇਸ ਦੁਨੀਆ ਤੇ ਕਦ ਆਵਾਂਗਾ? ਹੱਥਣੀ ਦੇ ਪੇਟ ਵਿੱਚ ਪਲ ਰਹੇ ਇੱਕ ਬੱਚੇ ਨੇ ਆਪਣੀ ਮਾਂ ਨੂੰ ਅਗਲਾ ਸਵਾਲ ਕਰ ਦਿੱਤਾ। ਮੇਰੇ ਬੱਚੇ ਜਾਨੂ, ਅਜੇ ਤੈਨੂੰ 1 ਸਾਲ ਪੂਰਾ ਹੋਇਆ ਮੇਰੇ ਘਰ ਵਿੱਚ ਪਲਦੇ ਨੂੰ। 10 ਮਹੀਨੇ ਹੋਰ ਇੰਤਜ਼ਾਰ ਕਰਨਾ ਪਊ ਹਲੇ। ਫਿਰ ਕਰ ਲਈ ਆਪਣੀਆਂ ਮਨਾਈਆਂ, ਜੋ ਦਿਲ ਕਰੂ ਕਰ ਲਿਆ ਕਰੀ। ਹੱਥਣੀ ਨੇ ਆਪਣੇ ਹੋਣ ਵਾਲੇ ਬੱਚੇ ਦਾ ਨਾਂ ਜਾਨੂ ਰੱਖਿਆ ਹੋਇਆ ਸੀ। ਮਾਂ, ਮੈਂ ਜਦ ਵੀ ਆਪਣੇ ਪਿਤਾ ਜੀ ਬਾਬਤ ਪੁੱਛਦਾ ਹਾਂ ਤਾਂ ਤੁਸੀਂ ਹਰ ਵਾਰੀ ਟਾਲ ਜਾਂਦੇ ਹੋ। ਅੱਜ ਦੱਸੋ ਜ਼ਰੂਰ, ਮੇਰੇ ਪਿਤਾ ਜੀ ਕੌਣ ਨੇ? ਉਹ ਕਿੱਥੇ ਰਹਿੰਦੇ ਨੇ? ਉਹ ਸਾਨੂੰ ਮਿਲਣ ਕਿਉਂ ਨਹੀਂ ਆਉਂਦੇ? ਜਾਨੂ ਨੇ ਕਈ ਸਵਾਲ ਆਪਣੀ ਮਾਂ ਨੂੰ ਇੱਕੋ ਹੀ ਸਹਾਏ ਕਰ ਦਿੱਤੇ। ਮੇਰੇ ਜਾਨੂ, ਤੇਰੇ ਪਿਤਾ ਜੀ ਇਸ ਦੁਨੀਆ ਤੇ ਨਹੀਂ ਰਹੇ। ਇੰਨੀ ਗੱਲ ਕਹਿੰਦਿਆਂ ਹੱਥਣੀ ਦੇ ਅਥਰੂ ਉਸ ਦੀ ਸੁੰਡ ਦੇ ਉੱਤੋਂ ਦੀ ਵਗਣ ਲੱਗ ਪਏ। ਉਹ ਤਰਾ ਤਰਾ ਕਰਕੇ ਰੋਣ ਲੱਗ ਪਈ। ਹੱਥਣੀ ਕਰਲਾਉਣ ਲੱਗ ਪਈ। ਕੀ ਹੋਇਆ ਸੀ ਮੇਰੇ ਪਿਤਾ ਜੀ ਨੂੰ ਮਾਂ? ਜਾਨੂ ਆਪਣੀ ਮਾਂ ਦੇ ਪੇਟ ਵਿੱਚ ਹੀ ਕੁਰਲਾ ਉੱਠਿਆ। ਹੱਥਣੀ ਨੇ ਆਪਣਾ ਪੂਰਾ ਦਿਲ ਕਰੜਾ ਕਰ ਲਿਆ। ਆਪਣੇ ਬੱਚੇ ਨੂੰ ਪੂਰੀ ਦੀ ਪੂਰੀ ਵਿਥਿਆ ਸੁਣਾਉਣੀ ਸ਼ੁਰੂ ਕਰ ਦਿੱਤੀ। ਜਾਨੂ, ਤੇਰੇ ਪਿਤਾ ਜੀ ਇਸ ਜੰਗਲ ਵਿੱਚ ਸਭ ਤੋਂ ਤਾਕਤਵਰ ਸਨ। ਸ਼ੇਰ ਨੂੰ ਵੀ ਜੇਕਰ ਕੋਈ ਫੈਸਲਾ ਕਰਨਾ ਹੁੰਦਾ ਸੀ ਤਾਂ ਤੇਰੇ ਪਿਤਾ ਦੀ ਸਲਾਹ ਤੋਂ ਬਗੈਰ ਨਹੀਂ ਸੀ ਕਰਦਾ। ਉਹਨਾਂ ਦਾ ਉੱਚਾ ਕੱਦ, ਲੰਬੇ ਚਿੱਟੇ ਤੇ ਮਜ਼ਬੂਤ ਬਾਹਰਲੇ 2 ਦੰਦ, ਸੁੰਡ ਵਿੱਚ ਮੜਾ ਮੂੰਹੀ ਤਾਕਤ। ਜਦੋਂ ਸਵੇਰੇ ਨਦੀ ਤੇ ਨਹਾਉਣ ਜਾਂਦੇ ਤਾਂ ਮੇਰੀਆਂ ਮਰ ਜਾਣੀਆਂ ਸਹੇਲੀਆਂ ਵੀ ਉਹਨੂੰ ਲੁਕ ਲੁਕ ਕੇ ਵੇਖਦੀਆਂ। ਉਹ ਜਦੋਂ ਤੁਰਦੇ ਤਾਂ ਧਰਤੀ ਹਿੱਲਦੀ। ਸਾਡੀ ਦੋਵਾਂ ਦੀ ਜ਼ਿੰਦਗੀ ਬਹੁਤ ਖੂਬਸੂਰਤ ਵਧੀਆ ਚੱਲ ਰਹੀ ਸੀ। ਜਿਸ ਦਿਨ ਮੇਰਾ ਪੈਰ ਭਾਰੀ ਹੋਣ ਦੀ ਖਬਰ ਤੇਰੇ ਪਿਤਾ ਜੀ ਨੂੰ ਪਤਾ ਲੱਗੀ ਨਾ, ਤਾਂ ਉਹ ਇੰਨੇ ਖੁਸ਼ ਹੋਏ ਕਿ ਖੁਦ ਸਾਰੇ ਜਾਨਵਰਾਂ ਦੇ ਘਰੋਂ ਘਰੀ ਜਾ ਕੇ ਉਹਨਾਂ ਨੂੰ ਜਸ਼ਨ ਮਨਾਉਣ ਦਾ ਸੱਦਾ ਖੁਦ ਦੇ ਕੇ ਆਏ। ਪਰ ਪੁੱਤ, ਇਹ ਖੁਸ਼ੀ ਬਹੁਤੀ ਦੇਰ ਟਿਕੀ ਨਾ ਰਹੀ। ਇੱਕ ਦਿਨ ਉਹ ਰੋਜ਼ ਦੀ ਤਰ੍ਹਾਂ ਨਦੀ ਤੇ ਨਹਾਉਣ ਵਾਸਤੇ ਗਏ। ਕਾਫੀ ਦੇਰ ਤੱਕ ਵਾਪਸੀ ਨਾ ਆਏ। ਮੈਨੂੰ ਫਿਕਰ ਹੋ ਗਿਆ ਤਾਂ ਮੈਂ ਉਹਨਾਂ ਦੇ ਪਿੱਛੇ ਗਈ, ਮਗਰ ਗਈ। ਉਹ ਰਸਤੇ ਵਿੱਚ ਬੇਸੁੱਧ ਬੇਹੋਸ਼ ਹੋਏ ਪਏ ਸਨ। ਮੈਨੂੰ ਤਾਂ ਸਮਝ ਨਾ ਆਵੇ ਕੀ ਕਰਾਂ। ਪਰ ਦਰਖਤ ਦੇ ਉੱਤੇ ਬੈਠੇ ਇੱਕ ਬੁੱਢੇ ਬਾਂਦਰ ਨੇ ਦੱਸਿਆ ਕਿ ਬਈ ਕੁਝ ਬੰਦੇ ਆਏ ਸਨ। ਉਹਨਾਂ ਨੇ ਲੁੱਕ ਕੇ ਇਸ ਨੂੰ ਬੇਹੋਸ਼ੀ ਦੇ ਟੀਕੇ ਵਾਲੀ ਗੋਲੀ ਮਾਰ ਦਿੱਤੀ। ਜਦੋਂ ਇਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ ਤਾਂ ਉਹ ਭੱਜ ਕੇ ਨੇੜੇ ਆਏ। ਉਹਨਾਂ ਬੰਦਿਆਂ ਨੇ ਆਰੀ ਨਾਲ ਇਹਨਾਂ ਦੇ ਦੋਵੇਂ ਦੰਦ ਕੱਟੇ ਤੇ ਦੰਦ ਕੱਟ ਕੇ ਲੈ ਗਏ। ਬਾਂਦਰ ਦੀ ਗੱਲ ਸੁਣ ਕੇ ਪੁੱਤ ਮੈਂ ਸੁੰਨ ਹੋ ਗਈ ਸੀ। ਉਹਨਾਂ ਨੂੰ ਦੰਦ ਗਵਾਉਣ ਦਾ ਬਹੁਤ ਮਲਾਲ ਸੀ, ਸਦਮਾ ਸੀ। ਉਸ ਦਿਨ ਤੋਂ ਬਾਅਦ ਤੇਰੇ ਪਿਤਾ ਜੀ ਘਰ ਤੋਂ ਕਦੇ ਬਾਹਰ ਨਾ ਨਿਕਲੇ। ਮੈਂ ਹੀ ਉਹਨਾਂ ਵਾਸਤੇ ਖਾਣ ਨੂੰ ਲੈ ਕੇ ਆਉਂਦੀ। ਜਾਨੂ, ਫਿਰ ਉਹ ਕੱਟੇ ਹੋਏ ਦੰਦਾਂ ਦਾ ਜ਼ਖਮ ਵੀ ਕਦੇ ਪੁੱਤ ਠੀਕ ਨਾ ਹੋਇਆ। ਤੇ ਤੇਰੇ ਪਿਤਾ ਜੀ ਤੇਰੇ ਮੂੰਹ ਦੇਖਣ ਤੋਂ ਪਹਿਲਾਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਕੋਈ ਵੀ ਜੰਗਲ ਦਾ ਜਾਨਵਰ ਨਹੀਂ ਸੀ ਪੁੱਤ ਜੋ ਤੇਰੇ ਪਿਤਾ ਦੀ ਮੌਤ ਤੇ ਨਾ ਰੋਇਆ ਹੋਵੇ। ਸ਼ੇਰ ਨੇ ਤਾਂ ਗੁੱਸੇ ਵਿੱਚ ਆ ਕੇ ਤੂੰ ਆਦਮੀ ਪਾੜ ਸੁੱਟੇ ਸੀ ਤੇ ਬਾਂਦਰਾਂ ਨੇ ਵੀ ਨਾਲ ਦੇ ਪਿੰਡ ਤੇ ਹੱਲਾ ਬੋਲਿਆ ਸੀ। ਪਰ ਮੌਤ ਤਾਂ ਪੁੱਤ ਮੌਤ ਸੀ। ਕੁਝ ਵੀ ਕਰਦੇ ਤੇਰੇ ਪਿਤਾ ਜੀ ਤਾਂ ਵਾਪਸ ਨਹੀਂ ਨਾ ਆ ਸਕਦੇ ਸੀ। ਲੰਬਾ ਹੌਕਾ ਭਰ ਕੇ ਹੱਥਣੀ ਫਿਰ ਚੁੱਪ ਕਰ ਗਈ। ਮਾਂ, ਇਹ ਮਨੁੱਖ ਕਿਹੋ ਜਿਹਾ ਜਾਨਵਰ ਆ? ਜਾਨੂ ਨੇ ਗੁੱਸੇ ਭਰੀ ਆਵਾਜ਼ ਵਿੱਚ ਇੱਕਦਮ ਪੁੱਛਿਆ। ਨਾ ਬੱਚਾ, ਨਾ, ਇਹ ਨਾ ਕਹੇ। ਜਾਨਵਰ ਕਹੇ ਤੋਂ ਤਾਂ ਇਹ ਮਨੁੱਖ ਬਹੁਤ ਗੁੱਸਾ ਕਰਦੇ ਨੇ। ਇਹ ਬਾਕੀ ਸਾਰੇ ਜੀਵ ਜੰਤੂਆਂ ਨੂੰ ਜਾਨਵਰ ਕਹਿੰਦਾ ਹੈ, ਪਰ ਇਹ ਆਪਣੇ ਆਪ ਨੂੰ ਬੜਾ ਸੱਭਿਅਕ ਕਹਾਉਂਦਾ ਹੈ ਪੂਰੇ ਸਮਾਜ 'ਚ।
ਜਾਨਵਰਾਂ ਦੀਆਂ ਖੱਲਾਂ ਲਾਹ ਕੇ ਇਹ ਆਪਣੇ ਕੱਪੜੇ ਬਣਾਉਂਦਾ ਹੈ। ਹਾਥੀਆਂ ਦੇ ਦੰਦਾਂ ਦੇ ਇਹ ਗਹਿਣੇ ਪਾ ਪਾ ਕੇ ਪਹਿਨ ਕੇ ਵੱਡੀਆਂ ਮਹਿਫਲਾਂ 'ਚ ਜਾਂਦਾ ਹੈ। ਚੱਲ ਸੌਂ ਜਾ, ਹੁਣ ਬਾਕੀ ਦੀਆਂ ਗੱਲਾਂ ਪੁੱਤ ਕੱਲ੍ਹ ਨੂੰ ਕਰਾਂਗੇ। ਹੱਥਣੀ ਨੂੰ ਵੀ ਭੋਜਨ ਲੱਭਣ ਲਈ ਅੱਜ ਬੜੀ ਦੂਰ ਜਾਣਾ ਪਿਆ ਸੀ। ਜਾਨੂ ਉਸ ਸੱਭਿਅਕ ਮਨੁੱਖ ਬਾਰੇ ਸੋਚਦਾ ਪਤਾ ਹੀ ਨਹੀਂ ਕਦ ਸੌਂ ਗਿਆ। ਜਾਨੂ ਤੇ ਹੱਥਣੀ ਢੇਰ ਸਾਰੀਆਂ ਗੱਲਾਂ ਕਰਦੇ ਰਹਿੰਦੇ। ਇਸ ਤਰ੍ਹਾਂ 2 ਮਹੀਨੇ ਹੋਰ ਨਿਕਲ ਗਏ। ਆ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ। ਕਾਫੀ ਦੇਰ ਮੀਂਹ ਨਾ ਪੈਣ ਕਰਕੇ ਜੰਗਲ ਦੇ ਸਾਰੇ ਦਰਖਤ ਪੇੜ ਪੌਦੇ ਸੁੱਕਣ ਲੱਗੇ। ਜਾਨੂ ਦੇ ਜਨਮ ਵਿੱਚ ਵੀ ਲਗਭਗ 8 ਮਹੀਨੇ ਰਹਿੰਦੇ ਸੀ। ਉਸ ਨੂੰ ਵੀ ਬਹੁਤ ਸਾਰੀ ਭੁੱਖ ਲੱਗਦੀ। ਹੱਥਣੀ ਨੂੰ ਵੀ ਪਹਿਲਾਂ ਨਾਲੋਂ ਵੱਧ ਭੁੱਖ ਲੱਗਣ ਲੱਗ ਪਈ, ਵੱਧ ਖਾਣੇ ਦੀ ਲੋੜ ਪੈਣ ਲੱਗੀ। ਇੱਕ ਸਵੇਰ ਹੱਥਣੀ ਨਦੀ ਤੇ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਭੋਜਨ ਦੀ ਭਾਲ ਵਿੱਚ ਨਿਕਲੀ ਤਾਂ ਉਹਨੂੰ ਕਿਸੇ ਪਾਸੇ ਵੀ ਉਸ ਦਿਨ ਭੋਜਨ ਨਾ ਮਿਲਿਆ। ਪੇਟ ਵਿੱਚ ਪਲ ਰਹੇ ਜਾਨੂ ਦਾ ਵੀ ਭੁੱਖ ਨਾਲ ਬੁਰਾ ਹਾਲ ਹੋ ਰਿਹਾ ਸੀ, ਪਰ ਉਹ ਕੁਝ ਨਾ ਬੋਲਿਆ। ਉਹ ਆਪਣੀ ਮਾਂ ਦੀ ਮਜਬੂਰੀ ਸਮਝ ਰਿਹਾ ਸੀ। ਸੱਭਿਅਕ ਮਨੁੱਖ ਨੇ ਜੰਗਲ ਵੱਢ ਕੇ ਖੇਤ ਬਣਾ ਲਏ ਸਨ ਅਤੇ ਜਾਨਵਰਾਂ ਲਈ ਤਾਂ ਭੁੱਖੇ ਮਰਨ ਤੋਂ ਸਿਵਾਏ ਸ਼ਾਇਦ ਹੋਰ ਕੋਈ ਚਾਰਾ ਹੀ ਨਾ ਰਿਹਾ। ਮੇਰੇ ਬੱਚੇ, ਬਾਹਰ ਖਾਣ ਲਈ ਪੁੱਤ ਕੁਝ ਵੀ ਨਹੀਂ ਮਿਲ ਰਿਹਾ। ਦੁਪਹਿਰਾ ਸਿਰ ਤੇ ਆ ਗਿਆ, ਦੱਸ ਕੀ ਕਰਾਂ। ਹੱਥਣੀ ਨੇ ਢਾਲ ਹੋ ਕੇ ਇੱਕ ਸੁੱਕੇ ਜਿਹੇ ਦਰਖਤ ਹੇਠ ਜਾ ਬੈਠੀ। ਪਰ ਸੁੱਕੇ ਟਾਹਣੀਆਂ ਦੀ ਛਾਂ ਭੁੱਖੇ ਢਿੱਡ ਨੂੰ ਭਲਾ ਤਰਵਾਸ ਕਿਵੇਂ ਮਿਲਦਾ? ਤਰਵਾਸ ਨਹੀਂ ਮਿਲ ਸਕਦਾ। ਹੱਥਣੀ ਸਾਰਾ ਜ਼ੋਰ ਲਾ ਕੇ ਉੱਠੀ, ਫਿਰ ਤੁਰ ਪਈ। ਸਾਹਮਣੇ ਉਹ ਦੂਰ ਉਸ ਨੂੰ ਇੱਕ ਪਿੰਡ ਦਿਖਾਈ ਦਿੱਤਾ। ਕੁਝ ਚਿਰ ਸੋਚ ਕੇ ਉਹ ਉਸ ਪਿੰਡ ਵੱਲ ਨੂੰ ਹੋ ਤੁਰੀ। ਉਸ ਦੀ ਤੋਰ ਤੇਜ਼ ਹੋ ਗਈ। ਆਪਣੀ ਮਾਂ ਦੀ ਤੋਰ ਤੋਂ ਜਾਨੂ ਨੂੰ ਅੰਦਾਜ਼ਾ ਹੋਇਆ ਕਿ ਮਾਂ ਨੂੰ ਸ਼ਾਇਦ ਕਿਤੇ ਭੋਜਨ ਲੱਭ ਪਿਆ। ਮਾਂ, ਕੋਈ ਹਰਿਆ ਭਰਿਆ ਦਰਖਤ ਦਿਖ ਪਿਆ? ਖਾਣ ਲਈ ਲੱਭ ਪਿਆ? ਨਹੀਂ ਬੱਚਾ, ਸਾਹਮਣੇ ਇੱਕ ਪਿੰਡ ਨਜ਼ਰ ਆ ਰਿਹਾ, ਸ਼ਾਇਦ ਉੱਥੇ ਕੁਝ ਮਿਲ ਜੇ ਖਾਣ ਵਾਸਤੇ। ਨਹੀਂ ਮਾਂ, ਤੂੰ ਉਸ ਪਿੰਡ ਵੱਲ ਨਾ ਜਾ। ਜਾਨੂ ਪੂਰੇ ਜ਼ੋਰ ਨਾਲ ਚੀਕਿਆ। ਜਿਹੜੇ ਨੰਗ ਮਨੁੱਖ ਮੇਰੇ ਪਿਤਾ ਜੀ ਦੇ ਦੰਦ ਵੱਢ ਕੇ ਲਿਜਾ ਸਕਦੇ ਨੇ, ਉਹ ਭਲਾ ਸਾਨੂੰ ਕੀ ਖਾਣ ਨੂੰ ਦੇ ਦੇਣਗੇ? ਨਹੀਂ ਬੱਚਾ, ਸਾਰੇ ਮਨੁੱਖ ਇੱਕੋ ਜਿਹੇ ਨਹੀਂ ਹੁੰਦੇ। ਕੁਝ ਭਲੇ ਪੁਰਸ਼ ਵੀ ਹੈਗੇ ਆ ਇਸ ਦੁਨੀਆ ਤੇ, ਜਿਨ੍ਹਾਂ ਦੇ ਆਸਰੇ ਇਹ ਧਰਤੀ ਖੜੀ ਹੈ। ਜਾਨੂ ਕੁਝ ਨਾ ਬੋਲਿਆ। ਅੱਧੇ ਕੁ ਘੰਟੇ ਵਿੱਚ ਹੱਥਣੀ ਉਹ ਪਿੰਡ ਵਿੱਚ ਪਹੁੰਚ ਗਈ। ਪਿੰਡ ਦੀ ਫਿਰਨੀ ਤੇ ਖੜੀ ਭੁੱਖੀ ਹੱਥਣੀ ਨੂੰ ਦੇਖ ਕੇ 2 ਬੰਦੇ ਨੇ ਸ਼ਰਾਰਤੀ ਅੱਖ ਇੱਕ ਦੂਸਰੇ ਨਾਲ ਮਿਲਾਈ। ਉਹ ਪਲ ਵਿੱਚ ਹੀ ਘਰ ਦੇ ਅੰਦਰ ਗਏ। ਅਨਾਨਾਸ ਦੇ ਇੱਕ ਫਲ ਵਿੱਚ ਪਟਾਕੇ ਭਰ ਕੇ ਹੱਥਣੀ ਦੇ ਕੋਲ ਲਿਆਏ। ਉਹਨਾਂ ਦੇ ਸ਼ੁਕਰਾਨੇ ਵਜੋਂ ਹੱਥਣੀ ਨੇ ਸੁੰਡ ਉਤਾਂਹ ਨੂੰ ਚੁੱਕ ਕੇ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ। ਭੁੱਖ ਅੰਤਾਂ ਦੀ ਜੋ ਲੱਗੀ ਸੀ। ਮੇਰੇ ਬੱਚੇ, ਅਨਾਨਾਸ ਲੈ ਕੇ ਆਏ ਨੇ। ਇਹ ਮਨੁੱਖ ਆਪਣੇ ਖਾਣ ਵਾਸਤੇ। ਮੈਂ ਕਿਹਾ ਸੀ ਕਿ ਸਾਰੇ ਮਨੁੱਖ ਕਦੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਮਨੁੱਖ ਮਾੜੇ ਨਹੀਂ ਹੋ ਸਕਦੇ। ਹੱਥਣੀ ਨੇ ਆਪਣੀ ਗੱਲ ਦੁਹਰਾਈ। ਮਾਂ ਛੇਤੀ ਖਾ ਲੈ, ਮੇਰੀ ਵੀ ਭੁੱਖ ਨਾਲ ਸੱਚੀ ਜਾਨ ਨਿਕਲੀ ਪਈ ਆ। ਹੁਣ ਤੱਕ ਭੁੱਖ ਨੂੰ ਦੱਬੀ ਬੈਠੇ ਜਾਨੂ ਦੇ ਦਿਲ ਦੀ ਗੱਲ ਆਪਣੀ ਮਾਂ ਨੂੰ ਕਹਿਣ ਲੱਗਿਆਂ ਸਾਰੀ ਬਾਹਰ ਆ ਗਈ। ਠਾ! ਖੜਕਾ ਸੁਣ ਕੇ ਜਾਨੂ ਤ੍ਰਬਕ ਗਿਆ। ਕੀ ਹੋਇਆ ਮਾਂ? ਤੂੰ ਬੋਲਦੀ ਕਿਉਂ ਨਹੀਂ? ਆ ਧੂੰਆਂ ਕਿਸ ਚੀਜ਼ ਦਾ ਹੈ? ਤੁਹਾਡੇ ਪੇਟ ਵਿੱਚ ਕੀ ਫੈਲ ਰਿਹਾ ਹੈ? ਮੈਨੂੰ ਕੁਝ ਨਹੀਂ ਦਿਖਾਈ ਦੇ ਰਿਹਾ। ਮੇਰਾ ਸਾਹ ਘੁੱਟ ਰਿਹਾ। ਮਾਂ, ਮੈਂ ਮਰ ਰਿਹਾ। ਮਾਂ, ਮੇਰੀ ਜਾਨ ਨਿਕਲ ਰਹੀ ਹੈ। ਮਾਂ, ਤੂੰ ਬੋਲਦੀ ਕਿਉਂ ਨਹੀਂ? ਮਾਂ, ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰ ਰਹੀ? ਮਰ ਤੂੰ ਨਹੀਂ ਰਿਹਾ ਬੱਚਾ, ਮਨੁੱਖਤਾ ਮਰ ਰਹੀ ਹੈ। ਉਸ ਅਨਾਨਾਸ ਵਿੱਚ ਇਹ 2 ਪੈਰਾਂ ਵਾਲਾ ਜਾਨਵਰ ਮਨੁੱਖ ਪਟਾਕੇ ਭਰ ਲਿਆਇਆ ਸੀ, ਜੋ ਮੇਰੇ ਮੂੰਹ ਵਿੱਚ ਚਬਾਉਂਦਿਆਂ ਹੀ ਫਟ ਗਏ ਨੇ। ਜਾਨੂ, ਮੈਨੂੰ ਮਾਫ ਕਰੀ ਪੁੱਤਰਾ, ਕਹਿ ਕੇ ਹੱਥਣੀ ਵੀ ਧਰਤੀ ਤੇ ਠਾ ਡਿੱਗੀ ਅਤੇ ਸਦਾ ਲਈ ਪੇਟ ਦੀ ਭੁੱਖ ਤੋਂ ਸ਼ਾਂਤ ਹੋ ਗਈ। ਤਾੜੀਆਂ ਮਾਰਦਾ ਸੱਭਿਅਕ ਮਨੁੱਖ ਆਪਣੇ ਘਰ ਵੱਲ ਜਾ ਰਿਹਾ ਸੀ, ਆਪਣੇ ਘਰ ਵੱਲ ਪਰਤ ਰਿਹਾ ਸੀ। ਦੋਸਤੋ, ਇਹ ਸੀ ਅੱਜ ਦੀ ਕਹਾਣੀ ਸੱਭਿਅਕ ਮਨੁੱਖ। ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ। ਇਸ ਕਹਾਣੀ ਨੂੰ ਲਿਖਿਆ ਹਰਦੀਪ ਸਿੰਘ ਗਰੇਵਾਲ ਥਰੀਕੇ ਵਾਲੇ ਨੇ। ਤੁਹਾਡਾ ਅਤੇ ਕਹਾਣੀਕਾਰ ਦਾ ਧੰਨਵਾਦ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ।